ਸਤਿ ਸ਼੍ਰੀ ਅਕਾਲ ਦੋਸਤੋ ਮੈਨੂੰ ਪਤਾ ਹੈ ਤੁਸੀਂ ਸਾਰੇ ਸੋਚ ਰਹੇ ਹੋਵੋਗੇ ਕਿ ਸਰ ਕੀ ਦਿਖਾਉਣ ਦੀ ਸਾਨੂੰ ਕੋਸ਼ਿਸ਼ ਕਰਦੇ ਪਏ ਨੇ। ਦੋਸਤੋ ਸੁਪਨੇ ਦੀ ਸ਼ੁਰੂਆਤ, ਬਹੁਤ ਸਾਰੇ ਸੁਪਨਿਆਂ ਦੀ ਸ਼ੁਰੂਆਤ ਕਿਸੇ ਹੋਰ ਦੇ ਸੁਪਨੇ ਨੂੰ ਦੇਖ ਕੇ ਹੁੰਦੀ ਹੈ। ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਆਲੇ ਦੁਆਲੇ ਜਿਹੜਾ ਸਮਾਜ ਵਿਚਰ ਰਿਹਾ ਹੈ, ਕਿਸ ਹਿਸਾਬ ਨਾਲ ਅੱਗੇ ਵਧ ਰਿਹਾ ਹੈ, ਕਿਸ ਹਿਸਾਬ ਨਾਲ ਤਰੱਕੀ ਕਰ ਰਿਹਾ ਹੈ, ਔਰ ਕਈ ਕੇਸਾਂ ਦੇ ਵਿੱਚ ਸਾਨੂੰ ਪਤਾ ਹੁੰਦਾ ਹੈ ਕਿ ਇਸ ਬੰਦੇ ਨੇ ਆਪਣਾ ਸੁਪਨਾ ਇੰਨਾ ਪੂਰਾ ਕੀਤਾ ਹੈ ਔਰ ਤੁਹਾਨੂੰ ਉਸ ਬੰਦੇ ਦੀ ਬੈਕਗ੍ਰਾਉਂਡ ਪਤਾ ਹੁੰਦੀ ਕਿ ਕਦੀ ਕਿਹੜੀ ਸਟੇਜ ਦੇ ਉੱਤੋਂ ਉਹ ਉੱਠਿਆ ਸੀ। ਲਾਈਫ ਦੇ ਵਿੱਚ ਇਹ ਚੀਜ਼ਾਂ ਤੁਹਾਨੂੰ ਡੀਮੋਰਲਾਈਜ਼ ਨਹੀਂ ਕਦੀ ਵੀ ਕਰਵਾਉਣੀਆਂ ਚਾਹੀਦੀਆਂ। ਇਹਨਾਂ ਚੀਜ਼ਾਂ ਤੋਂ ਤੁਹਾਨੂੰ ਪਾਵਰ ਲੈਣੀ ਚਾਹੀਦੀ ਹੈ। ਤੁਹਾਨੂੰ ਸੋਚਣਾ ਚਾਹੀਦਾ ਹੈ ਕਿ ਅਗਰ ਉਹ ਕਰ ਸਕਦਾ ਹੈ, ਅਗਰ ਮੇਰਾ ਕੋਈ ਸੱਜਣ ਬੇਲੀ ਕੈਨੇਡਾ ਦੇ ਵਿੱਚ ਆ ਕੇ ਸੈਟਲ ਹੋ ਸਕਦਾ ਹੈ ਜਾਂ ਇੱਥੇ ਆ ਕੇ ਇੰਨੀਆਂ ਸਾਰੀ ਚੀਜ਼ਾਂ ਅਚੀਵ ਕਰ ਸਕਦਾ ਹੈ, ਤੇ ਮੈਂ ਕਿਉਂ ਨਹੀਂ। ਜਿਹੜੇ ਮੈਂ ਤੁਹਾਨੂੰ ਅੱਜ ਘਰ ਦਿਖਾਏ ਨੇ, ਇਹ ਆਲਮੋਸਟ ਸਾਰੇ ਘਰ, ਸਾਰੀ ਕਲੋਨੀ ਜਿਹੜੀ ਤੁਹਾਨੂੰ ਦਿਖਾਈ ਹੈ, ਆਲਮੋਸਟ ਆਪਣੇ ਪੰਜਾਬੀ ਜਾਂ ਇੰਡੀਅਨ ਬੰਦਿਆਂ ਦੀ ਹੈ। ਸਪੈਸੀਫਿਕਲੀ ਲਗਾਓ ਤਾਂ ਇੰਡੀਅਨ ਹੈਗੇ ਨੇ, ਪੰਜਾਬੀ ਹੈਗੇ ਨੇ, ਹੋ ਸਕਦਾ ਏਸ਼ੀਆ ਦੇ ਵੀ ਕਈ ਲੋਕ ਹੋਣ, ਬਟ ਮੈਜੋਰਿਟੀ ਜਿਹੜਾ ਏਰੀਆ ਤੁਹਾਨੂੰ ਦਿਖਾਇਆ ਹੈ, ਸਾਰਾ ਏਰੀਆ ਆਪਣੇ ਪੰਜਾਬੀ ਭਰਾਵਾਂ ਦਾ ਹੀ ਹੈ। ਇਹ ਲੋਕਾਂ ਨੇ ਵੀ ਕਿਸੇ ਦਿਨ ਘਰ ਬੈਠ ਕੇ ਸੋਚਿਆ ਹੋਏਗਾ, ਇਹਨਾਂ ਨੇ ਜਾਂ ਇਹਨਾਂ ਦੇ ਪਿਓ ਨੇ ਜਾਂ ਅੱਗੇ ਦਾਦੇ ਪੜਦਾਦਿਆਂ ਨੇ ਕਦੀ ਸੋਚਿਆ ਹੋਏਗਾ ਕਿ ਅਸੀਂ ਕੈਨੇਡਾ ਜਾ ਕੇ ਇਸ ਮੁਲਕ ਦੇ ਵਿੱਚ ਜਾ ਕੇ ਸੈਟਲਮੈਂਟ ਕਰਾਂਗੇ। ਆ ਕੇ ਜ਼ੀਰੋ ਤੋਂ ਸ਼ੁਰੂ ਕੀਤਾ ਹੋਏਗਾ, ਬੱਸਾਂ 'ਚ ਧੱਕੇ ਖਾਦੇ ਹੋਣਗੇ, ਕਈ ਕੁਝ ਕੀਤਾ ਹੋਏਗਾ। ਅੱਜ ਇਹਨਾਂ ਘਰਾਂ ਦੀ ਕੀਮਤ ਜੇ ਤੁਸੀਂ ਦੇਖੋ ਤਾਂ ਕੈਨੇਡਾ ਦੇ ਹਿਸਾਬ ਨਾਲ 3-3 ਮਿਲੀਅਨ ਦੇ 3.5 ਮਿਲੀਅਨ ਦੇ ਇਹ ਘਰ ਹੋਣਗੇ। ਇਹਨਾਂ ਨੂੰ ਤੁਸੀਂ ਘਰ ਨਹੀਂ ਕਹਿ ਸਕਦੇ ਹੋ, ਇਹ ਮਹਿਲ ਹੈਗੇ ਨੇ ਆਪਣੇ ਆਪ 'ਚ। ਇੰਡੀਆ 'ਚ ਇੱਦਾਂ ਦਾ ਮਹਿਲ ਸ਼ਾਇਦ ਬਹੁਤ ਕੋਈ ਤਗੜੇ ਬੰਦੇ ਹੋਣਗੇ ਜਿਹੜੇ ਪਾਉਣ ਦਾ ਸੋਚਦੇ ਹੋਣਗੇ, ਬਟ ਇੱਥੇ ਇਹਨਾਂ ਕੰਟਰੀਆਂ ਦੇ ਵਿੱਚ ਮਿਹਨਤ ਦਾ ਮੁੱਲ ਮਿਲਦਾ ਹੈ। ਤੁਸੀਂ ਜਿੰਨੀ ਮਿਹਨਤ ਕਰਦੇ ਹੋ ਉਨੇ ਜ਼ਿਆਦਾ ਤੁਹਾਨੂੰ ਇਹ ਕੰਟਰੀ ਦੁੱਗਣਾ ਵਾਪਸ ਕਰਦੀ ਹੈ। ਇੰਡੀਆ ਦੇ ਹਿਸਾਬ ਨਾਲ ਇਹਨਾਂ ਘਰਾਂ ਦੀ ਕੀਮਤ ਜੇ ਤੁਸੀਂ ਮੈਂ ਤੁਹਾਨੂੰ 3 ਮਿਲੀਅਨ ਦੱਸ ਰਿਹਾ, ਕਮ ਸੇ ਕਮ 3 ਮਿਲੀਅਨ ਦੱਸ ਰਿਹਾ, ਤੇ ਕਮ ਸੇ ਕਮ ਤੁਸੀਂ ਲਗਾ ਕੇ ਚਲੋ 1 ਮਿਲੀਅਨ ਜਿਹੜਾ ਤੁਹਾਡਾ ਹੈਗਾ ਉਹ 6 ਕਰੋੜ ਰੁਪਏ ਬਣਦਾ, ਤੇ 18 ਤੋਂ 20 ਕਰੋੜ ਰੁਪਏ ਦੇ ਇੰਡੀਆ ਦੇ ਹਿਸਾਬ ਨਾਲ ਘਰ ਹੈ, ਜਿਹਦੇ ਵਿੱਚ ਆਪਣੇ ਲੋਕ, ਆਪਣੇ ਪੰਜਾਬੀ ਭਾਈਚਾਰੇ ਦੇ ਲੋਕ ਤਰੱਕੀ ਕਰਕੇ ਵਿਚਰਦੇ ਪਏ ਨੇ। ਜੋ ਕਰ ਸਕਦੇ ਨੇ ਤੇ ਤੁਸੀਂ ਕਿਉਂ ਨਹੀਂ ਕਰ ਸਕਦੇ। ਗੱਲ ਹੁੰਦੀ ਸਟੈਪ ਲੈਣ ਦੀ। ਅੱਜ ਸ਼ਾਇਦ ਜਿਹੜੇ ਬੰਦੇ ਨੇ ਇੱਥੇ ਆ ਕੇ ਇੱਦਾਂ ਦਾ ਘਰ ਪਾਉਣ ਦਾ ਸੋਚਿਆ ਹੋਏਗਾ, ਸ਼ਾਇਦ ਉਹਦੇ ਬੱਚੇ ਇਹਨਾਂ ਘਰਾਂ ਦੇ ਵਿੱਚ ਐਸ਼ ਕਰਦੇ ਹੋਣਗੇ, ਬਟ ਜਦੋਂ ਵੀ ਇਤਿਹਾਸ ਲਿਖਣਾ ਹੁੰਦਾ ਹੈ ਤਾਂ ਕਿਸੇ ਨਾ ਕਿਸੇ ਨੂੰ ਖੂਨ ਪਸੀਨਾ ਇੱਕ ਕਰਨਾ ਪੈਂਦਾ ਹੈ, ਕਿਸੇ ਨਾ ਕਿਸੇ ਨੂੰ ਕੁਰਬਾਨੀ ਦੇਣੀ ਪੈਂਦੀ ਹੈ, ਚਾਹੇ ਉਹ ਆਪਣੀ ਜਵਾਨੀ ਦੀ ਕੁਰਬਾਨੀ ਹੋਵੇ, ਚਾਹੇ ਆਪਣੇ ਬੁਢਾਪੇ ਤੱਕ ਕੁਰਬਾਨੀ ਹੋਵੇ। ਮਤਲਬ ਕਹਿੰਦਾ ਹੈ ਕਿ ਅੱਜ ਤੁਸੀਂ ਮਿਹਨਤ ਕਰੋਗੇ, ਤੁਹਾਡੀ ਜੋ ਵੀ ਏਜ ਹੈਗੀ ਹੈ, ਕੱਲ ਨੂੰ ਤੁਹਾਡੀ ਪੁਸ਼ਤਾਂ, ਤੁਹਾਡੇ ਬੱਚੇ, ਤੁਹਾਡੇ ਮਾਪਿਓ ਔਰ ਤੁਹਾਡਾ ਖੁਦ ਦਾ ਫਿਊਚਰ ਇੱਕ ਸਿਕਿਉਰਡ ਤਰੀਕੇ ਨਾਲ ਚਲੇਗਾ। ਔਰ ਜਿੱਥੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਗੱਲ ਮੇਨ ਇਹ ਹੈਗੀ ਹੈ ਕਿ ਇਸ ਸਮਾਜ ਦੇ ਵਿੱਚ ਵਿਚਰਨ ਦਾ ਸਭ ਤੋਂ ਮੇਨ ਪੁਆਇੰਟ ਕੀ ਹੈ ਕਿ ਤੁਹਾਨੂੰ ਹਵਾ ਪਾਣੀ ਦੀ ਟੈਨਸ਼ਨ ਨਹੀਂ ਹੈ, ਤੁਹਾਨੂੰ ਕ੍ਰਾਈਮ ਦੀ ਟੈਨਸ਼ਨ ਨਹੀਂ ਹੈ, ਤੁਹਾਨੂੰ ਬੱਚੇ ਨੂੰ ਚਾਹੇ 12-1 ਵਜੇ ਤੱਕ ਤੁਸੀਂ ਬਾਹਰ ਘੁੰਮਦੇ ਰਹਿਣ ਦਿਓ, ਤੁਹਾਨੂੰ ਉਸ ਚੀਜ਼ ਦੀ ਟੈਨਸ਼ਨ ਨਹੀਂ ਹੈ। ਪਰ ਹਰ ਚੀਜ਼ ਤੇ ਸਤਰਕ ਰਹਿਣਾ ਜ਼ਰੂਰੀ ਹੁੰਦਾ ਹੈ। ਇੱਥੇ ਵੀ ਸਾਡੇ ਮਾਪਿਓ, ਸਾਡੇ ਜਿਹੜੇ ਪੰਜਾਬੀ ਕਲਚਰ ਦੇ ਜਾਂ ਸਾਡੇ ਇੰਡੀਅਨ ਕਲਚਰ ਦੇ ਨੇ, ਬੱਚਿਆਂ ਨੂੰ ਇੰਡੀਆ ਵਾਂਗੂ ਹੀ ਪਾਲਦੇ ਨੇ, ਬਟ ਕਿਤੇ ਨਾ ਕਿਤੇ ਹਰ ਚੀਜ਼ ਦੇ ਵਿੱਚ ਥੋੜ੍ਹਾ ਬਹੁਤ ਰਹਿੰਦਾ ਹੀ ਹੈ। ਉਹ ਦੁਨੀਆ ਭਰ 'ਚ ਹੈ, ਹਰ ਸਮਾਜ ਦੇ ਵਿੱਚ ਕੁਛ ਨਾ ਕੁਛ ਕੁਰੀਤੀਆਂ ਵੀ ਹੁੰਦੀਆਂ ਨੇ। ਪਰ ਜੇ ਕੈਨੇਡਾ ਦੀ ਗੱਲ ਕਰਾਂ ਤਾਂ ਇੱਥੇ ਪੋਜ਼ੀਟਿਵ ਪੁਆਇੰਟ ਬਹੁਤ ਜ਼ਿਆਦਾ ਹੈ। ਸੋ ਤੁਸੀਂ ਅਗਰ ਆਪਣੇ ਪਰਿਵਾਰ ਦੇ ਨਾਲ ਕੈਨੇਡਾ ਵਿਚਰਨਾ ਤੇ ਇਹਨਾਂ ਘਰਾਂ ਨੂੰ ਆਪਣੇ ਮੋਹਰੇ ਰੱਖੋ। ਅੱਜ ਇਹਨਾਂ ਘਰਾਂ ਦੇ ਬਾਹਰ ਜਿਹੜੀਆਂ ਨੇਮ ਪਲੇਟਾਂ ਤੁਸੀਂ ਦੇਖਦੇ ਹੋ, ਇਹੀ ਲੋਕੀ ਕਦੀ ਇੰਡੀਆ ਤੋਂ ਵੀਜ਼ਾ ਲੈਣ ਨੂੰ ਵੀ ਤਰਸਦੇ ਹੁੰਦੇ ਸੀ, ਤੇ ਅੱਜ ਇੱਥੇ ਮਿਲੀਅਨ ਬਿਲੀਅਨ ਦੀ ਆਪਣੀ ਪ੍ਰਾਪਰਟੀਆਂ ਬਣਾ ਕੇ ਬੈਠੇ ਨੇ। ਸੋ ਰੇਸ ਹਮੇਸ਼ਾ ਜ਼ੀਰੋ ਤੋਂ ਹੀ ਸ਼ੁਰੂ ਹੁੰਦੀ ਹੈ, ਤਾਂ ਹੀ ਬੰਦਾ 100 ਤੱਕ ਪਹੁੰਚਦਾ। ਸੋ ਜ਼ੀਰੋ ਤੋਂ ਸਟਾਰਟ ਕਰੋ ਔਰ ਤਾਂ ਹੀ 100 ਤੱਕ ਜਾਣ ਦਾ ਰਸਤਾ ਤੁਹਾਡਾ ਬਣੇਗਾ। ਇਹਦੇ ਨਾਲ ਇਸ ਵੀਡੀਓ ਦਾ ਐਂਡ ਕਰਦਾ। ਧੰਨਵਾਦ।